ਤੁਸੀਂ ਅੰਦਰ ਖੋਜਦੇ ਹੀ ਰਹਿ ਮੈਂ ਕੌਣ ਹਾਂ, ਤੇ ਉੱਤਰ ਵੈਸਾ ਨਹੀਂ ਮਿਲੇਗਾ ਜੈਸਾ ਤੁਸੀਂ ਬਾਹਰੋਂ ਸੁਣਦੇ ਹੋ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਉੱਥੇ ਸ਼ਬਦਾਂ ਦੁਆਰਾ ਉੱਤਰ ਨਹੀਂ ਮਿਲੇਗਾ ਤੁਹਾਨੂੰ। ਤੇ ਆਪਣੀ ਜੀਵਨ ਦੀ ਖੋਜ, ਸੰਸਾਰ ਦੀ ਰਚਨਾ ਕਿਉਂ ਹੋਈ, ਕਿਉਂ ਬਣਾਇਆ ਪਰਮਾਤਮਾ ਨੇ, ਇਸ ਤੋਂ ਪਹਿਲਾਂ ਤੁਸੀਂ ਇਹ ਖੋਜੋ ਕਿ ਤੁਸੀਂ ਕੌਣ ਹੋ। ਇਹ ਸਵਾਲ ਪੁੱਛਣ ਵਾਲੇ, ਇਹ ਸਵਾਲ ਕਿੱਥੋਂ ਪੈਦਾ ਹੋ ਰਿਹਾ ਹੈ, ਉਧਰ ਨੂੰ ਚੱਲੋ ਜਿੱਥੋਂ ਪੈਦਾ ਹੋ ਰਿਹਾ ਹੈ ਨਾ। ਜਿਹਦੇ ਵਿੱਚੋਂ ਪੈਦਾ ਹੋ ਰਿਹਾ ਹੈ ਪਹਿਲਾਂ ਉਹਨੂੰ ਖੋਜੋ। ਕਿਉਂਕਿ ਉਹ ਨੇੜੇ ਹੈ। ਜਿਹੜਾ ਦੂਰ ਹੈ ਉਹਦੀ ਤੇ ਖੋਜ ਕਰਨੀ ਕਠਿਨ ਹੈ, ਪਰ ਕਠਿਨ ਵੱਲ ਨੂੰ ਮਨੁੱਖ ਜਾਂਦਾ ਹੈ। ਜਿਹੜਾ ਤੁਹਾਡੇ ਕੋਲ ਹੈ, ਤੁਹਾਡੇ ਅੰਦਰ ਹੀ ਹੈ, ਉਹਦੀ ਖੋਜ ਕਰਨੀ ਤੇ ਬੜੀ ਸਿਖਾਲੀ ਹੈ, ਕਿਉਂਕਿ ਤੁਹਾਡੇ ਕੋਲ ਹੀ ਹੈ, ਤੁਹਾਡੇ ਅੰਦਰ ਹੈ। ਹੁਣ ਤੁਹਾਡੀ ਨਿੱਜਤਾ ਦੀ ਤੁਸੀਂ ਖੋਜ ਕਰਨੀ ਕਿੰਨੀ ਸਿਖਾਲੀ ਹੈ, ਪਰ ਆਦਮੀ ਉਹ ਨਹੀਂ ਨਾ ਕਰਦਾ, ਪਰ ਦੀ ਖੋਜ ਕਰਦਾ ਹੈ। ਸੰਸਾਰ ਦੀ ਖੋਜ ਕਰ ਰਹੇ ਹਨ ਬਹੁਤ ਵਿਗਿਆਨਿਕ ਲੱਗੇ ਹੋਏ। ਹੁਣ ਤੇ ਗ੍ਰਹਿ ਨਛੱਤਰਾਂ ਤੱਕ ਵੀ ਪਹੁੰਚ ਗਏ। ਬਾਹਰ ਦੀ ਖੋਜ ਜਾਂ ਕਈ ਸਰੀਰ ਦੀ ਖੋਜ ਕਰਦੇ ਆ, ਪਰ ਜਿਹੜਾ ਸਰੀਰ ਦੇ ਅੰਦਰ ਜੀਵਨ ਹੈ ਉਹ ਤੇ ਬਹੁਤ ਨੇੜੇ ਹੈ। ਸਰੀਰ ਨਾਲੋਂ ਵੀ ਨੇੜੇ ਹੈ ਤੁਹਾਡਾ ਜੀਵਨ, ਤੁਹਾਡਾ ਆਪਣਾ ਆਪ। ਤਦੇ ਕਿਹਾ ਨਾ, ਹਾਥ ਪੈ ਨੇੜੇ, ਜਾਂ ਪਰਮਾਤਮਾ ਕਹਿ ਲਓ, ਜਿੱਥੋਂ ਜੀਵਨ ਚੱਲ ਰਿਹਾ ਹੈ। ਤੇ ਬਹੁਤ ਨੇੜੇ ਹੈ। ਭਾਂਬੇਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੋ ਰਾਇਓ। ਕਹਿੰਦੇ ਜਿਵੇਂ ਬਹੁਤ ਬਾਰੀ ਕਹਾ, ਇੱਕ ਉੱਡਦੀ ਹੁੰਦੀ ਹੈ ਨਾ ਬਰਸਾਤਾਂ ਦੇ ਦਿਨਾਂ ਦੇ ਵਿੱਚ, ਭਾਂਬੇਰੀ, ਮੱਖੀਆਂ ਵਗੈਰਾ ਮੱਛਰ ਖਾਂਦੀ, ਬਹੁਤ ਬਾਰੀਕ ਹੁੰਦੀ। ਉਹ ਵੀ ਕਿਹਾ ਹੈ ਐਸਾ, ਪਰ ਉਹ ਵੀ ਪੜਦਾ ਸੱਚ ਨਹੀਂ ਹੈ, ਝੂਠ ਦਾ ਹੈ, ਵਾਸਤਵਿਕ ਨਹੀਂ। ਤੇ ਜੋ ਨੇੜੇ ਹੈ ਉਹਦੀ ਖੋਜ ਕਰੋ। ਉੱਤਰ ਬਾਹਰੋਂ ਨਾ ਪੁੱਛੋ, ਬਾਹਰੋਂ ਉੱਤਰ ਮਿਲ ਵੀ ਜਾਣ ਤੇ ਜਾਣੋ ਵੀ ਇਹ ਵਿਅਰਥ ਹਨ, ਜਿੰਨਾ ਚਿਰ ਤੁਸੀਂ ਆਪਣੇ ਅੰਦਰੋਂ ਉੱਤਰ ਨਹੀਂ ਖੋਜ ਲੈਂਦੇ। ਇਹ ਗੱਲ ਖਿਆਲ ਵਿੱਚ ਰੱਖੋ। ਕਈ ਸੁਣ ਕੇ ਉੱਤਰ ਹੀ ਕੰਠ ਕਰੀ ਬੈਠੇ ਹਨ, ਸਾਰੇ ਹੀ ਉੱਤਰ ਯਾਦ ਕਰ ਲੈਂਦੇ ਹਨ। ਨਹੀਂ, ਵਾਰ-ਵਾਰ ਇੱਧਰ ਇਹੋ ਕਿਹਾ ਜਾ ਰਿਹਾ ਹੈ ਵੀ ਉੱਤਰ ਦੀ ਖੋਜ ਵਿੱਚ ਜਾਣਾ ਹੈ। ਤੇ ਅਧਿਆਤਮਿਕ ਉੱਤਰ ਬਾਹਰੋਂ ਨਹੀਂ ਮਿਲਦੇ, ਜੀਵਨ 'ਚੋਂ ਮਿਲਦੇ। ਪਰ ਉੱਤਰ ਦੀ ਖੋਜ ਕਰਨੀ ਕਠਿਨ ਹੈ। ਉੱਤਰ ਯਾਦ ਕਰਨ ਵਾਲਾ ਕਰ ਲੈਣਾ ਬਹੁਤ ਹੀ ਸਿਖਾਲਾ ਹੈ। ਹੁਣ ਕਿਤੇ ਕਿਤਾਬ ਤੋਂ ਪੜ੍ਹ ਲਓ, ਕਿਤੇ ਗ੍ਰੰਥ 'ਚੋਂ ਪੜ੍ਹ ਲਓ, ਕਿੰਨਾ ਸਿਖਾਲਾ ਹੈ ਆਦਮੀ ਨੂੰ ਉੱਤਰ, ਹੈ ਨਾ। ਪਰ ਜਿਨ੍ਹਾਂ ਨੇ ਉਹ ਉੱਤਰ ਲਿਖੇ ਹੋਣਗੇ, ਕਿੰਨੀ ਘਾਲਣਾ ਘਾਲੀ, ਤੁਹਾਨੂੰ ਪਤਾ ਹੈ, ਉਹਨਾਂ ਦੇ ਜੀਵਨ 'ਚੋਂ ਆਏ ਹੈ। ਪਰ ਤੁਸੀਂ ਕੀ ਸੋਚਦੇ ਹੋ ਵੀ ਉੱਦਾਂ ਹੀ ਕੰਠ ਕਰਕੇ ਤੁਹਾਨੂੰ ਉਸ ਘਾਲਣਾ ਤੋਂ ਬਾਅਦ ਜੋ ਮਿਲਿਆ ਸੀ ਉਹਨਾਂ ਨੂੰ ਉੱਤਰ, ਉਹ ਵੈਸੇ ਹੀ ਮਿਲ ਜਾਵੇਗਾ?
वैसे कैसे मिलेगा? जिन्हें अपने आप ਨੂੰ मिटाया नहीं है, जलाया नहीं है, तपाया नहीं है, निखरिया नहीं है, तो निखार तो बाद च ही आना है। तो तपण का अनुभव जिहड़ा है ਉਹਦੇ ਵਿੱਚੋਂ ही उत्तर मिलता है। तपस्या है। ख्याल विच रखियो भी संसार दे विचों निकलना ही एक तपस्या है। तपस्या का अर्थ होंदा भी बहुत कठिन है। पर ਜਿਹੜੇ ਨਿਕਲੇ ਹੋਏ ਹਨ ਸੰਸਾਰ ਤੋਂ ਮੁਕਤ ਹਨ, ਉਹਨਾਂ ਦਾ ਉੱਤਰ ਸੁਣ ਕੇ ਤੇ ਤੁਸੀਂ ਕਠਿਨਾਈ ਤੋਂ ਬਚ ਗਏ, ਪਰ ਉਹ ਉੱਤਰ ਕੇ ਕੰਮ ਆਊਗਾ ਤੁਹਾਡੇ। ਤੇ ਇਹ ਕਠਿਨਾਈ ਦੇ ਵਿੱਚੋਂ ਗੁਜ਼ਰਨਾ ਪਵੇਗਾ, ਇਹ ਗੱਲ ਖਿਆਲ ਵਿੱਚ ਰੱਖਿਓ। ਅਕਸਰ ਬਹੁਤੇ ਜਗਿਆਸੂ ਕਹਿ ਵੀ ਦਿੰਦੇ ਹਨ ਵੀ ਕੋਈ ਸਖਾਲਾ ਜਿਹਾ ਰਸਤਾ ਦੱਸਿਓ, ਸ਼ਾਰਟਕਟ, ਵੀ ਔਖੇ ਨਾ ਹੋਣਾ ਪਵੇ। नहीं, ऐसा ना पूछो। दरअसल अखियाई जड़ी है ना, या तपस्या कह लो या कठिनाई कह लो, वो जड़ा मुक्त हो गया है उन्होंने तो लगता है भी कोई कठिनाई नहीं है, बहुत सखाला है। इस करके अक्सर मैं कह भी देना भी बड़ा सखाला है, कोई औखा काम नहीं है। संसार वालों ध्यान हटाना ही है, ये किहड़ा औखा काम है, ध्यान हटाओ तो बह जाओ एक पास। पर जिहदा लगा होया है उन्होंने बहुत ज़्यादा कठिन है, क्योंकि मन वार वार जाके फसदा। वार वार हटाओ, ਜਿਹੜੇ ਕੰਮ ਤੋਂ ਹਟਾਓ, ਜਿਹੜੇ ਵਿਚਾਰ ਤੋਂ ਹਟਾਓ, ਉਸੇ ਵਿਚਾਰ 'ਚ ਜਾ ਫਸਦਾ, ਉਸੇ ਗੱਲ 'ਚ ਜਾ ਫਸਦਾ। ਕਈ ਵਾਰ ਮੈਂ ਹੈਰਾਨ ਹੋ ਜਾਂਦਾ ਹੈ ਵੀ ਮੈਂ ਸਾਹਮਣੇ ਜਿਹੜਾ ਬੈਠਾ ਹੈ ਨਾ ਉਹਨੂੰ ਸਮਝਾ ਰਿਹਾ ਹਾਂ, ਤੇ ਉਹ ਸਿਰ ਵੀ ਮਾਰਦਾ ਹੈ ਵੀ ਸਮਝ ਗਿਆ, ਪਰ ਫਿਰ ਵੀ ਗੱਲ ਉਹੋ ਹੀ ਕਰ ਰਿਹਾ ਹੈ। ਸਾਹਮਣੇ ਬੈਠ ਕੇ ਵੀ ਗੱਲ ਸਮਝ ਵਿੱਚ ਨਹੀਂ ਆਉਂਦੀ ਹੈ। ਤੇ ਕਈ ਵਾਰ ਮੈਨੂੰ ਖਿਆਲ ਆਉਂਦਾ ਹੈ ਵੀ ਲੋਕ ਉਪਦੇਸ਼ ਪੜ੍ਹ ਕੇ ਕਿਵੇਂ ਸਮਝ ਲੈਣਗੇ। ਸਤਿਪੁਰਖਾਂ ਦੇ ਉਪਦੇਸ਼ ਪੜ੍ਹ ਕੇ ਤੁਸੀਂ ਥੋੜ੍ਹੀ ਸਮਝ ਲਓ, ਸਾਹਮਣੇ ਸਮਝਾਉਣ ਦੁਆਰਾ ਵੀ ਰੋਜ਼ ਰੋਜ਼ ਸਮਝ ਵਿੱਚ ਨਹੀਂ ਆਉਂਦਾ, ਪਕੜ ਵਿੱਚ ਨਹੀਂ ਆਉਂਦੀ ਇਹ ਗੱਲ। ਜਿਵੇਂ ਮੈਂ ਅਕਸਰ ਅੱਜ ਹੀ ਕਹਿ ਰਿਹਾ ਸੀ ਇੱਕ ਮਾਈ ਨੂੰ ਵੀ ਜੋ ਤੁਸੀਂ ਦੇਖਦੇ ਹੋ ਨਾ, ਇਹਨੂੰ ਇਗਨੋਰ ਕਰੋ। ਇੰਗਲਿਸ਼ 'ਚ ਜਿਵੇਂ ਕਹਿ ਦਿੰਦੇ ਆ, ਭਾਵ ਕਿ ਦੇਖ ਕੇ ਅਣਦੇਖਿਆ ਕਰੋ। ਕਿਉਂਕਿ ਬਹੁਤ ਸਾਰੀਆਂ ਪ੍ਰਕਿਰਿਆਵਾਂ ਤੁਹਾਡੇ ਚਾਰ ਚੁਫੇਰੇ ਹੋ ਰਹੀਆਂ ਹਨ, ਕਿਰਿਆਵਾਂ ਹੋ ਰਹੀਆਂ ਹਨ। ਬਹੁਤ ਢੰਗ ਦੇ ਲੋਕ ਹਨ, ਬਹੁਤ ਢੰਗ ਦੀਆਂ ਵਿਚਾਰਾਂ ਹਨ, ਬਹੁਤ ਢੰਗ ਦੀ ਸੋਚਦੇ ਹਨ। ਘਰਾਂ ਦੇ ਵਿੱਚ ਵੀ ਅਲੱਗ ਅਲੱਗ ਹੀ ਸੋਚਦੇ ਹੁੰਦੇ, ਪਰ ਉਹ ਜੋ ਕਰ ਰਹੇ ਹਨ ਉਸ ਕਿਰਿਆ ਦੁਆਰਾ ਤੁਸੀਂ ਪ੍ਰਭਾਵਿਤ ਨਾ ਹੋ, ਉਹਨੂੰ ਇਗਨੋਰ ਕਰ ਲਓ। ਵੀ ਕੋਈ ਪਰ ਲੋਕ ਕੀ ਕਰਦੇ ਹਨ, ਕਿਰਿਆ ਦੁਆਰਾ ਪ੍ਰਭਾਵਿਤ ਹੁੰਦੇ ਹਨ, ਪ੍ਰਤੀਕਿਰਿਆ ਦੁਆਰਾ ਵੀ ਪ੍ਰਭਾਵਿਤ ਹੁੰਦੇ ਹਨ। ਕਿਸੇ ਨੇ ਕੁਛ ਦਿਖਾ ਕੇ ਕੋਈ ਇਸ਼ਾਰਾ ਹੀ ਕਰ ਦਿੱਤਾ ਤਾਂ ਉਹਦੇ ਨਾਲ ਹੀ ਪ੍ਰਭਾਵਿਤ ਹੋ ਗਏ। ਕੁਛ ਕਹਿ ਦਿੱਤਾ ਪ੍ਰਭਾਵਿਤ ਹੋ ਗਏ, ਕੁਛ ਕਰ ਦਿੱਤਾ ਪ੍ਰਭਾਵਿਤ ਹੋ ਗਏ। तो ऐसा नहीं है
ਵੀ ਤੁਸੀਂ ਗੱਲ ਸੁਣ ਕੇ ਹੀ ਸਮਝ ਲਈ ਹੋਵੇਗੀ। ਕੱਲ੍ਹ ਹੀ ਮੈਂ ਉੱਥੇ ਪੱਖੋਵਾਲ ਵੀ ਸੰਗਤ ਦੇ ਵਿੱਚ ਕਹਿ ਰਿਹਾ ਸੀ ਵੀ ਤੁਸੀਂ ਅਗਰ ਥੋੜ੍ਹਾ ਜਿਹਾ ਸ਼ਾਂਤ ਵੀ ਹੋਣਾ ਹੈ ਨਾ, ਤੇ ਕਿਸੇ ਦੀ ਬੁਰਿਆਈ ਨਾ ਦੇਖੋ, ਨਾ ਬੁਰਾ ਸੋਚੋ, ਨਾ ਬੁਰਾ ਬੋਲੋ, ਬੁਰਿਆਈ ਨਾ ਕਰੋ। ਕਿਆ ਵੀ ਹੈ ਨਿੰਦਾ ਭਲੀ ਕਿਸੇ ਕੀ ਨਾ, ਮਨਮੁਖ ਮੁਗਧ ਕਰਾਂ, ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਭਵਾਨ। ਦੇਖੋ ਲਿਖਿਆ ਹੈ ਨਾ, ਪਰ ਨਿੰਦਾ ਕਰਨ ਤੋਂ ਕੌਣ ਹਟਦਾ ਹੈ? ਧਾਰਮਿਕ ਲੋਕ ਜ਼ਿਆਦਾ ਕਰ ਰਹੇ। ਵੀ ਕਿਸੇ ਦੀ ਬੁਰਿਆਈ ਨਾ ਕਰੋ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਾ ਹੀ ਭਾਏ ਮੀਤ। ਕਿੰਨਾ ਸਾਫ਼ ਲਿਖਿਆ ਵੀ ਬੁਰਾ ਨਾ ਸੋਚੋ ਕਿਸੇ ਦਾ ਵੀ। ਪਰ ਇਹ ਗੱਲ ਤੁਸੀਂ ਸੁਣ ਲੈਂਦੇ ਹੋ, ਪਰ ਖਿਆਲ ਵਿੱਚ ਥੋੜ੍ਹੀ ਰਹਿ ਜਾਂਦੀ, ਉਸੇ ਵਕਤ ਹੀ ਭੁੱਲ ਜਾਂਦੀ। ਸੁਣ ਕੇ ਲੋਕ ਬਾਹਰ ਨਿਕਲਦੇ ਹਨ ਜਦੋਂ, ਉਦੋਂ ਹੀ ਭੁੱਲ ਜਾਂਦੇ ਆ। ਉੱਥੇ ਹੀ ਫਿਰ ਸ਼ੁਰੂ ਹੋ ਜਾਂਦੀ ਕਿਸੇ ਨਾ ਕਿਸੇ ਦੀ ਗੱਲ, ਕਿਉਂਕਿ ਬੁਰੇ ਵਿਚਾਰਾਂ 'ਤੇ ਜ਼ਿਆਦਾ ਚੱਲਦਾ ਹੈ ਮਨ। ਖਿਆਲ ਵਿੱਚ ਰੱਖੋ, ਜਿਵੇਂ ਮੈਂ ਕਿਹਾ ਹੈ ਨਾ, ਸਵਾਲਾਂ 'ਤੇ ਮਨ ਚੱਲਦਾ ਹੈ, ਕਿਉਂਕਿ ਸਵਾਲ ਪੈਦਾ ਕਰਦਾ ਰਹਿੰਦਾ, ਚੱਲਦਾ ਰਹਿੰਦਾ, ਖੋਜਦਾ ਰਹਿੰਦਾ, ਸੁਣਦਾ ਰਹਿੰਦਾ, ਅਤੇ ਚੱਲੀ ਜਾਂਦਾ। ਸਵਾਲ ਦੀ ਗਹਿਰਾਈ 'ਚ ਉਤਰਨਾ ਹੈ, ਉਤਰ ਜਾਵੇ, ਇੱਕ ਸਵਾਲ ਨੂੰ ਪਕੜ ਲਵੇ, ਉਹਦੀ ਗਹਿਰਾਈ 'ਚ ਪਹੁੰਚ ਜਾਵੇ, ਖੋਜਦਾ ਰਹੇ, ਖੋਜਦਾ ਰਹੇ, ਪਰ ਮਨ ਚੱਲਦਾ ਹੈ। ਇੱਦਾਂ ਹੀ ਬੁਰੇ ਵਿਚਾਰਾਂ 'ਤੇ ਜ਼ਿਆਦਾ ਚੱਲਦਾ ਹੈ, ਨੈਗੇਟਿਵਿਟੀ 'ਤੇ ਜ਼ਿਆਦਾ ਚੱਲਦਾ ਹੈ ਮਨ, ਪੋਜੀਟਿਵਿਟੀ 'ਤੇ ਘੱਟ ਚੱਲਦਾ ਹੈ। ਤੁਸੀਂ ਇਉਂ ਸੋਚੋ ਵੀ ਸਾਰੇ ਹੀ ਚੰਗੇ ਹਨ ਤੁਹਾਡੇ 'ਚੋਂ, ਚਾਰ ਛਪੇਰੇ ਜਿੰਨੇ ਵੀ ਤੁਹਾਡੇ ਹਨ, ਫਿਰ ਤੁਹਾਡਾ ਮਨ ਨਹੀਂ ਚੱਲੇਗਾ। ਮਨ ਚੱਲੇਗਾ ਉਦੋਂ ਹੀ ਜਦੋਂ ਤੁਹਾਨੂੰ ਲੱਗੂਗਾ ਕੁਛ ਬੁਰੇ ਹਨ, ਅਤੇ ਜਿਹੜੇ ਬੁਰੇ ਹਨ ਉਹਨਾਂ 'ਤੇ ਜ਼ਿਆਦਾ ਚੱਲੂਗਾ। ਬੁਰਿਆਈ 'ਤੇ ਜ਼ਿਆਦਾ ਚੱਲਦਾ ਹੈ, ਜਿਹੜਾ ਤੁਹਾਨੂੰ ਬੁਰਾ ਲੱਗਦਾ ਉਹਦੇ ਬਾਰੇ ਜ਼ਿਆਦਾ ਸੋਚਦੇ ਹੋ ਤੁਸੀਂ। ਖਿਆਲ ਕਰੋ, ਪਰ ਹਟ ਥੋੜ੍ਹੀ ਜਾਂਦਾ, ਵਾਰ ਖਿਆਲ ਰੱਖਣਾ ਪਊਗਾ ਵੀ ਕੋਈ ਬੁਰਾ ਨਹੀਂ, ਫਿਰ ਖਿਆਲ ਪਹੁੰਚ ਜਾਊਗਾ ਕਿਸੇ ਨਾ ਕਿਸੇ ਢੰਗ ਦੇ ਨਾਲ। ਇੱਕਦਮ ਹਟ ਥੋੜ੍ਹੀ ਜਾਂਦਾ ਹੈ ਮਨ, ਸੁਣਿਆ ਥੋੜ੍ਹੀ ਇਹ ਅਨੁਭਵ ਦੇ ਵਿੱਚ ਆ ਗਿਆ, ਤੁਸੀਂ ਪਕੜ ਲਿਆ ਥੋੜ੍ਹੀ, ਫਿਰ ਸੋਚੋਗੇ ਬੁਰਾ, ਫਿਰ ਚਿਤਵੋਗੇ, ਫਿਰ ਬੁਰਿਆਈ ਆ ਜਾਊਗੀ। ਫਿਰ ਬੁਰਿਆਈ ਜਿਹੜੀ ਹੈ ਬਾਹਰ ਦੀ ਜਿੰਨੀ ਸੋਚਦੇ ਹੋ ਤੁਹਾਡੇ ਅੰਦਰ ਚੱਲ ਪੈਂਦੀ, ਇਹੋ ਹੀ ਬੁਰਾ ਹੋਣਾ ਹੈ, ਬੁਰੇ ਬਣਨਾ ਹੈ। ਅਤੇ ਲੋਕ ਇੱਕ ਦੂਸਰੇ ਦੀ ਬੁਰਿਆਈ ਸੋਚਦੇ ਰਹਿੰਦੇ, ਨਿੰਦਾ ਹੀ ਕਰਦੇ ਰਹਿੰਦੇ, ਅਤੇ ਇੱਕ ਦੂਸਰੇ ਤੋਂ ਪ੍ਰਭਾਵਿਤ ਨਹੀਂ ਹੋਣਾ ਹੈ। ਖਿਆਲ ਨਾ ਕਰੋ ਬਹੁਤਾ, ਜੋ ਜ਼ਰੂਰੀ ਹੈ ਉਹਨਾਂ ਸੁਣੋ, ਬਾਕੀ ਇਗਨੋਰ ਕਰ ਦਿਓ ਵੀ ਨਹੀਂ ਕੰਮ ਦਾ ਹੈ, ਆਪਾਂ ਸੁਣਨਾ ਹੀ ਨਹੀਂ ਕਿਸੇ ਦੀ, ਕੁਛ ਕਹੀ ਜਾਵੇ, ਕੋਈ ਕੁਛ ਬੋਲੀ ਜਾਵੇ, ਵੀ ਬਾਹਰ 'ਤੇ ਆਪਾਂ ਕਿਸੇ ਦੀ ਲੈਣਾ ਦੇਣਾ ਹੀ ਨਹੀਂ ਹੈ, ਖੋਜ ਤਾਂ ਆਪਣੀ ਹੈ। ਇਸੇ ਕਰਕੇ ਕਿਹਾ ਹੈ ਨਾ, ਬਾਹਰੋਂ ਧਿਆਨ ਦੂਜਿਆਂ ਵੱਲੋਂ ਹਟਾਓ, ਅਤੇ ਬੁਰਿਆਈ ਦੇਖਣ ਕਰਕੇ ਬੁਰਿਆਂ ਵੱਲ, ਦੂਸਰਿਆਂ ਵੱਲ ਜ਼ਿਆਦਾ ਧਿਆਨ ਜਾਂਦਾ ਹੈ ਬਾਹਰ। ਇਸ ਕਰਕੇ ਕਿਹਾ ਹੈ ਵੀ ਸਾਰਿਆਂ ਨੂੰ ਚੰਗਾ ਦੇਖੋ, ਰੱਬ ਨੇ ਬਣਾਏ ਠੀਕ ਹੀ ਬਣਾਏ, ਜਿੱਦਾਂ ਦੇ ਬਣਾਉਣੇ ਸੀ ਉੱਦਾਂ ਦੇ ਬਣਾਏ, ਰੱਬ ਨੇ ਬਣਾਏ, ਅਤੇ ਫਿਰ ਤੁਸੀਂ ਕਿਉਂ ਬੁਰਾ ਕਹਿੰਦੇ ਹੋ? ਬੁਰਾ ਵੀ ਰੱਬ ਨੇ ਬਣਾਇਆ, ਚੰਗਾ ਵੀ ਬਣਾਇਆ, ਜਿਤਨਾ ਦੇ ਬਣਾਏ ਠੀਕ ਹੈ, ਉਹਦੀ ਮਰਜ਼ੀ, ਉਹਦੇ 'ਤੇ ਛੱਡੋ, ਤੁਸੀਂ ਆਪਣੇ ਵੱਲ ਨੂੰ ਵਾਓ, ਤੁਹਾਨੂੰ ਰੱਬ ਨੇ ਕਿੱਦਾਂ ਦਾ ਬਣਾਇਆ ਹੈ, ਕਿਉਂ ਬਣਾਇਆ ਹੈ, ਅਤੇ ਆਪਣੀ ਨਿੱਜਤਾ ਦੀ ਖੋਜ ਕਰੋ, ਆਪਣੇ ਸਵਾਲ ਵਿੱਚ ਅੰਦਰ ਉਤਰੋ, ਜਿੱਥੋਂ ਸਵਾਲ ਆਇਆ ਹੈ ਉੱਧਰ ਨੂੰ ਚੱਲੋ। ਸਵਾਲਾਂ ਦੇ ਜਵਾਬ ਬਾਹਰੋਂ ਨਾ ਮੰਗੋ, ਖਿਆਲ ਵਿੱਚ ਰੱਖੋ, ਇੱਥੇ ਜਵਾਬ ਨਹੀਂ ਦਿੱਤੇ ਜਾ ਰਹੇ ਹਨ, ਇੱਥੇ ਕਿਹਾ ਜਾ ਰਿਹਾ ਹੈ ਖੋਜੋ। ਇਸ ਮਨ ਕੋ ਕੋਈ ਖੋਜੋ ਹੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਕਿਹਾ ਹੈ ਨਾ ਵੀ ਸਰੀਰ 'ਤੇ ਛੁੱਟ ਜਾਂਦਾ ਹੈ, ਮਨ ਕਿੱਥੇ ਜਾਂਦਾ ਹੈ? ਖੋਜੋ, ਮਨ ਕੀ ਹੈ, ਖੋਜੋ, ਅਤੇ ਆਪਣੀ ਹੈ ਨਿੱਜਤਾ ਅੰਦਰ ਦੀ ਖੋਜ, ਅੰਦਰ ਖੋਜ ਕੇ ਹੀ ਜਾਣੋਗੇ ਤੁਸੀਂ। ਕਿਹਾ ਵੀ ਹੈ ਨਾ, ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਚਰਨ ਪਰਾਇਣ।
ਖੋਜ ਤੇ ਸਵਾਲ ਜਦੋਂ ਉੱਠਦਾ ਹੈ ਨਾ, ਤਾਂ ਉਹਦੇ ਸਵਾਲ ਜਿੰਨੇ ਵੀ ਹਨ ਅਧਿਆਤਮ ਦੇ ਤੁਹਾਡੇ ਖਿਆਲ ਵਿੱਚ ਰੱਖੋ। ਬਾਹਰੋਂ ਉੱਤਰ ਨਾ ਲਓ, ਨਾ ਹੀ ਬਾਹਰਲੇ ਉੱਤਰਾਂ 'ਤੇ ਸੰਤੁਸ਼ਟ ਹੋਵੋ। ਅਧਿਆਤਮ ਦੇ ਉੱਤਰ ਤੁਹਾਨੂੰ ਆਪਣੇ ਹੀ ਅੰਦਰੋਂ ਮਿਲਦੇ ਆ। ਉੱਤਰਾਂ ਵੱਲ ਨੂੰ ਜਾਣ ਵਾਸਤੇ ਕਿਹਾ ਜਾਂਦਾ ਹੈ, ਖੋਜਣ ਵਾਸਤੇ ਕਿਹਾ ਜਾਂਦਾ ਹੈ। ਅਤੇ ਉੱਤਰਾਂ ਵਿੱਚ ਖੋਜਣ ਨੂੰ ਜਾਣ ਵਾਸਤੇ ਜੋ ਪ੍ਰਕਿਰਿਆ ਹੈ ਨਾ, ਉਹ ਜ਼ਰੂਰ ਥੋੜ੍ਹੀ ਜਿਹੀ ਕਠਿਨ ਹੈ। ਉਹਦੇ ਵਿੱਚ ਤਪਣਾ ਪੈਂਦਾ ਹੈ, ਟੁੱਟਣਾ ਪੈਂਦਾ ਹੈ। ਬਹੁਤ ਜ਼ਿਆਦਾ ਧਿਆਨ ਦੀ ਲੋੜ ਹੈ, ਕਿਉਂਕਿ ਮਨ ਬਹੁਤ ਜ਼ਿਆਦਾ ਚੰਚਲ ਹੈ। ਮਨ ਪਾਰੇ ਦੀ ਤਰ੍ਹਾਂ ਹੈ, ਥਿਰਕ ਜਾਂਦਾ ਹੈ। ਇੱਕ ਵਿਚਾਰ ਤੋਂ ਹਟਾਓ ਦੂਜਾ ਸ਼ੁਰੂ ਹੋ ਜਾਂਦਾ, ਦੂਜੇ 'ਚੋਂ ਹਟਾਓ ਤੀਜਾ ਸ਼ੁਰੂ ਹੋ ਜਾਂਦਾ, ਇੱਕ ਦੀ ਬੁਰਿਆਈ ਛੱਡੋ ਦੂਜੇ ਦੀ ਸ਼ੁਰੂ ਹੋ ਜਾਂਦੀ। ਅਤੇ ਖਿਆਲ ਭਟਕਦੇ, ਅਤੇ ਬਹੁਤ ਜ਼ਿਆਦਾ ਤਵੱਜੋ ਦੀ ਲੋੜ, ਧਿਆਨ ਦੀ ਲੋੜ। ਅਤੇ ਆਪਣੇ ਵੱਲ ਧਿਆਨ ਦੇਣਾ ਬਹੁਤ ਕਠਿਨ ਹੈ, ਪਰ ਜਿਹੜੇ ਗੁਰਮੁਖ ਪਿਆਰੇ ਦਿੰਦੇ ਹਨ, ਕਠਿਨਾਈ 'ਚੋਂ ਗੁਜ਼ਰਦੇ ਹਨ, ਉਹ ਹੀ ਨਿਖਰਦੇ ਹਨ, ਸ਼ੁੱਧ ਹੁੰਦੇ ਹਨ, ਖਾਲਸ ਹੋ ਜਾਂਦੇ।